ਜਾਗਦੇ ਜ਼ਮੀਰ ਵਾਲਿਆਂ ਦੀ ਆਵਾਜ਼, ਸੱਚੀ ਆਵਾਜ਼ ਹਿੰਮਤ ਕਰਕੇ ਸੱਚ ਦੇ ਖਿਲਾਫ ਖਲੋ ਰਹੀ। ਜਾਗਦੇ ਜ਼ਮੀਰਾਂ ਵਾਲੇ ਦੀ ਸੱਚੀ ਆਵਾਜ਼ ਝੂਠ ਦੇ ਖਿਲਾਫ ਹਿੰਮਤ ਕਰਕੇ ਖਲੋ ਰਹੀ ਹੈ। ਹੌਲੀ 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 ਬੀਜੇਪੀ ਦੀ ਬੇਨੀਤੀ ਬੇਪਰਦਾ ਹੋ ਰਹੀ ਹੈ। P32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਹਾਲਾਂਕਿ ਅਸੀਂ ਵੀ ਕਹਿੰਦੇ ਹਾਂ, ਬੜੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਬੀਜੇਪੀ ਪਾਰਟੀ ਦੇ ਖਿਲਾਫ ਨਹੀਂ ਹਾਂ, ਪਰ ਜਿਹੜੇ ਕਾਲੇ ਕਾਨੂੰਨ ਬਣ ਚੁੱਕੇ ਨੇ ਅਸੀਂ ਉਹਦੀ ਜ਼ਰੂਰ ਨਿਖੇਧੀ ਕਰਦੇ, ਕਿਉਂਕਿ ਹਰ ਰੋਜ਼ ਜਿਹੜੀਆਂ ਦਿੱਲੀ ਵਿੱਚ ਸ਼ਹਾਦਤਾਂ ਹੋ ਰਹੀਆਂ ਨੇ, ਸਾਡੇ ਜਿਹੜੇ ਵੀਰ ਭੈਣ ਭਰਾ ਉੱਥੇ ਬੈਠੇ ਨੇ 4 ਡਿਗਰੀ ਟੈਂਪਰੇਚਰ ਵਿੱਚ ਬੈਠੇ ਨੇ, ਇਸ ਪੋਹ ਮਾਘ ਦੀਆਂ ਰਾਤਾਂ ਵਿੱਚ ਉੱਥੇ ਬੈਠੇ ਨੇ, ਉਹਨਾਂ ਦੀ ਜਿਹੜੀਆਂ ਰੋਜ਼ ਸ਼ਹਾਦਤਾਂ ਹੋ ਰਹੀਆਂ ਨੇ ਔਰ ਜਿਹੜਾ ਘਰਾਂ ਵਿੱਚ ਰੋਜ਼ ਚੀਕ ਚਹਾੜਾ ਪੈਂਦਾ ਉਹਦੇ ਅਸੀਂ ਖਿਲਾਫ ਹੈ। ਔਰ ਜਦੋਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਸਾਨੂੰ ਇਹ ਜਿਹੜੇ ਕਾਲੇ ਕਾਨੂੰਨ ਸਾਡੇ ਫਾਇਦੇ ਲਈ ਨਹੀਂ ਲੱਗਦੇ, ਫਿਰ ਵੀ ਉਹਨਾਂ ਨੂੰ ਰਿਪੀਲ ਕਿਉਂ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਹੋਰ ਮੈਂ ਜਿਵੇਂ ਗੱਲ ਕੀਤੀ ਸੀ ਕਿ ਜਾਗਦੀ ਜ਼ਮੀਰ ਦੀ ਗੱਲ ਕੀਤੀ ਆ, ਕਈ ਲੋਕ ਜਿਹੜੇ ਬੀਜੇਪੀ ਤੋਂ ਅਸਤੀਫਾ ਦੇ ਚੁੱਕੇ ਨੇ। ਇਸੇ ਤਰ੍ਹਾਂ ਨਵੇਂ ਸ਼ਹਿਰ ਵਿੱਚ ਥੋੜ੍ਹੀ ਦੇਰ ਪਹਿਲਾਂ ਚਰਚਾ ਵਿੱਚ ਆਏ ਜੀਵਨ ਕੁਮਾਰ ਜੀ, ਜਿਹੜੇ ਕਿ ਬੀਜੇਪੀ ਦੇ ਕਦੇ ਜ਼ਿਲ੍ਹਾ ਸਕੱਤਰ ਹੁੰਦੇ ਸੀਗੇ, ਉਹਨਾਂ ਨੇ ਜਿਹੜਾ ਹੁਣ ਅਸਤੀਫਾ ਦੇ ਦਿੱਤਾ ਹੈ ਔਰ ਸਾਡੇ ਨਾਲ ਮੌਜੂਦ ਨੇ। ਜੀਵਨ ਜੀ, ਬਹੁਤ ਨਿੱਘਾ ਸਵਾਗਤ ਹੈ। ਧੰਨਵਾਦ ਜੀ। ਸਾਰਿਆਂ ਨੂੰ ਪਹਿਲਾਂ ਜੈ ਭੀਮ ਜੈ ਭਾਰਤ ਜੀ। ਤੇ ਇੱਕ ਛੋਟੇ ਜਿਹੇ ਸ਼ੇਰ ਤੋਂ ਮੈਂ ਵੀ ਕਰਦਾ ਹਾਂ ਅਰਜ਼। ਅੱਜ ਤੇਰੀ ਕੱਲ ਮੇਰੀ ਵਾਰੀ ਹੈ, ਅੱਜ ਤੇਰੀ ਕੱਲ ਮੇਰੀ ਵਾਰੀ ਹੈ, ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਹੈ। ਜਿਹਦੇ ਕਰਮਾਂ 'ਚ ਜੋ ਲਿਖਿਆ ਅੰਤ ਉਹ ਪਾ ਜਾਣਾ, ਜਦ ਰੱਬ ਦੀ ਹੋਈ ਮਿਹਰ ਤੇ ਵਕਤ ਮੇਰਾ ਵੀ ਆ ਜਾਣਾ। ਚਲੋ ਚੰਗੀ ਗੱਲ ਹੈ ਜੀ, ਵਕਤ ਸੱਚੇ ਬੰਦੇ ਦਾ ਪਰਮਾਤਮਾ ਹਮੇਸ਼ਾ ਲੈ ਕੇ ਆਉਂਦਾ। ਲੇਕਿਨ ਜੀਵਨ ਜੀ, ਤੁਸੀਂ ਕੱਲ੍ਹ ਅਸਤੀਫਾ ਦਿੱਤਾ, ਮੈਂ ਆਡੀਅנס ਨੂੰ ਦੱਸ ਦਿੰਦਾ, ਜੀਵਨ ਜੀ ਦੀ ਸਾਨੂੰ ਕਾਲ ਆ ਗਈ ਸੀ ਲੇਕਿਨ ਅਸੀਂ ਬਿਜ਼ੀ ਹੋਣ ਕਰਕੇ ਪਹੁੰਚ ਨਹੀਂ ਸਕੇ। ਜੀਵਨ ਜੀ, ਮੈਂ ਲੋਕਾਂ ਦੀ ਪ੍ਰਤੀਕਿਰਿਆ ਪੜ੍ਹ ਰਿਹਾ ਸੀਗਾ। ਚਲੋ ਉਸ ਵੇਲੇ ਜਿਹੜਾ ਟਕਰਾਅ ਹੋਇਆ ਉਹਦੇ ਤੋਂ ਵੀ ਸਾਰੇ ਜਾਣੂ ਨੇ। ਕਈਆਂ ਨੇ ਤੁਹਾਡੇ ਹੱਕ 'ਚ ਉਦੋਂ ਗੱਲ ਕੀਤੀ ਸੀ, ਕਈਆਂ ਨੇ ਕਿਸਾਨਾਂ ਦੇ ਹੱਕ 'ਚ ਗੱਲ ਕੀਤੀ ਸੀ। ਇਹ ਸਿਲਸਿਲਾ ਚੱਲਦਾ ਰਹਿੰਦਾ। ਲੇਕਿਨ ਲੋਕ ਕਈ ਇਹ ਕਹਿੰਦੇ ਨੇ ਕਿ ਦੇਰ ਆਏ ਦੁਰਸਤ ਆਏ, ਲੇਕਿਨ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਜੀਵਨ ਜੀ ਬਹੁਤ ਜ਼ਿਆਦਾ ਦੇਰ ਹੋ ਗਈ ਹੈ। ਨਹੀਂ, ਇਹ ਆਪਾਂ ਇੰਨਾ ਨਹੀਂ ਕਹਿ ਸਕਦੇ ਜੀ ਬਹੁਤ ਜ਼ਿਆਦਾ ਦੇਰ ਹੋ ਗਈ ਹੈ। ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਹੋਏਗਾ ਕਿ ਕਹਿੰਦੇ ਕਿ ਕਿਸੇ ਦਾ ਨਾਮ ਨਹੀਂ ਮਾੜਾ ਹੁੰਦਾ ਆ, ਨਾਮ ਮਾੜਾ ਬੰਦਾ ਆਪ ਬਣਾ ਲੈਂਦਾ। ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ, ਕੁਝ ਪਾਰਟੀਆਂ ਦੀਆਂ ਨੀਤੀਆਂ ਜਿਹੜੀਆਂ ਮਾੜੀਆਂ ਹੁੰਦੀਆਂ ਆ ਉਹ ਲੋਕਾਂ ਨੂੰ ਲੈ ਪੈਂਦੀਆਂ। ਪਰ ਨੀਤੀਆਂ ਇੰਨੀ ਦੇਰ ਬਾਅਦ ਤੁਹਾਨੂੰ ਸਮਝ ਲੱਗੀਆਂ ਜੀ? ਦੇਖੋ, ਜਦੋਂ ਇਹ ਚੀਜ਼ ਕਾਨੂੰਨਾਂ ਨੂੰ ਲੈ ਕੇ ਗੱਲ ਹੋਈ ਸੀ ਕੋਵਿਡ ਦੇ ਦੌਰਾਨ, ਪਹਿਲਾਂ ਤਾਂ ਲੋਕਾਂ ਦਾ ਆਣਾ ਜਾਣਾ ਬਾਹਰ ਸੀਗਾ, ਤਾਂ ਹੌਲੀ ਹੌਲੀ ਜਦੋਂ ਸਮਾਂ ਬੀਤਦਾ ਗਿਆ, ਬੀਤਣ ਤੋਂ ਬਾਅਦ ਜਦੋਂ ਉਹ ਚੀਜ਼ ਨਿਖਰ ਕੇ ਬਾਹਰ ਆਈ ਆ ਕਿ ਇਹ ਸਾਡੇ ਲੋਕ ਜਿਹੜੇ ਆ ਇੰਨੇ ਦੁਖੀ ਆ, ਜਦੋਂ ਸੜਕਾਂ ਤੇ ਲੋਕ ਆ ਗਏ ਆ ਤਾਂ ਉੱਥੋਂ ਇਹ ਚੀਜ਼ ਜ਼ਾਹਰ ਹੋ ਜਾਂਦੀ ਆ ਕਿ ਇਹ ਸਾਡੇ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਆ। ਤਾਂ ਅਸੀਂ ਪਾਰਟੀ ਵਿੱਚ ਰਹਿੰਦੇ ਹੋਏ ਵੀ ਕਾਫੀ ਵਾਰੀ ਚੀਜ਼ਾਂ ਗੱਲ ਕੀਤੀ ਆ, ਤੁਸੀਂ ਆਵਾਜ਼ ਉਠਾਉਂਦੇ ਰਹੇ, ਆਵਾਜ਼ ਚੱਕਦੇ ਰਹੇ ਅਸੀਂ। ਇਹ ਨਹੀਂ ਕਿ ਆਵਾਜ਼ ਨਹੀਂ ਚੱਕੀ ਆ। ਜਦੋਂ ਵੀ ਹੋਇਆ ਆ, ਜਦੋਂ ਬਾਬਾ ਸਾਹਿਬ ਦੇ ਹਾਰ ਪਾਣ ਨੂੰ ਲੈ ਕੇ ਵੀ ਹੋਇਆ ਆ, ਮੈਨੂੰ ਚਾਹੇ ਕਿਸੇ ਨੇ ਗਾਲਾਂ ਕੱਢੀਆਂ ਹੋਣ, ਚਾਹੇ ਤਾਰੀਫ ਕੀਤੀ ਹੋਵੇ। ਇੱਕ ਚੀਜ਼ ਕਲੀਅਰ ਕਰਿਓ, ਇਹ ਪ੍ਰੀ ਪਲਾਨਡ ਸੀ ਜਿਹੜਾ ਤੁਸੀਂ ਹਾਰ ਪਾਣ ਗਏ ਸੀਗੇ? ਇਹ ਕੋਈ ਇਦਾਂ ਦਾ ਜਿਹੜਾ ਪਲਾਨ ਸੀ ਨਾ ਸਾਡਾ ਪਹਿਲਾਂ ਸੀਗਾ ਕਿ ਇਹ ਦਲਿਤ ਇਨਸਾਫ ਯਾਤਰਾ ਜੀ ਜਲੰਧਰ ਤੋਂ ਚੱਲਣੀ ਸੀਗੀ। ਜੋ ਬੰਦਾ ਜਿਸ ਪਾਰਟੀ 'ਚ ਹੋਵੇ ਜਾਂ ਜਿਸ ਧਰਮ 'ਚ ਹੋਵੇ, ਉਸ ਧਰਮ ਦਾ ਉਸ ਪਾਰਟੀ ਦਾ ਸਤਿਕਾਰ ਕਰਦਾ ਆ। ਮੈਂ ਐਸਸੀ ਸਮਾਜ ਦਾ ਹੋਣ ਦੇ ਨਾਤੇ ਕੀ ਦਲਿਤ ਇਨਸਾਫ ਯਾਤਰਾ ਚੱਲਦੀ ਸੀ, ਸਾਡੇ ਉੱਥੇ ਜੋ ਵੀ ਪਾਰਟੀ ਕਾਰਜਕਰਤਾ ਸੀ ਅਰੈਸਟ ਕਰ ਲਏ ਸੀਗੇ। ਤਾਂ ਉਸ ਤੋਂ ਬਾਅਦ ਸਾਡੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਆ। ਗੱਲਬਾਤ ਹੋਣ ਦੇ ਨਾਲ ਬਾਅਦ ਕੀ ਅਸੀਂ ਆ ਕਿ ਬਾਬਾ ਸਾਹਿਬ ਦਾ ਸਨਮਾਨ ਕਰਨਾ, ਸਨਮਾਨ ਕਰਕੇ ਅਸੀਂ ਚਲੇ ਜਾਣਾ। ਤਦੋਂ ਇਹ ਗੱਲ ਹੋ ਗਈ ਤਾਂ ਹੁਣ ਤੋਂ ਬਾਅਦ ਅਸੀਂ ਹਾਰ ਲੈ ਕੇ ਜਦੋਂ ਸੜਕ ਤੇ ਕਰੋਸਾ, ਤੁਸੀਂ ਮੈਂ ਉੱਥੇ ਹੀ ਸੀਗਾ ਜੀ। ਕਿਸਾਨਾਂ ਨੇ ਬੇਨਤੀ ਕੀਤੀ ਸੀ ਅੱਜ ਹਾਰ ਨਾ ਪਾਓ, ਕੱਲ ਪਾ ਲਿਓ, ਕੋਈ ਗੱਲ ਨਹੀਂ। ਪਰ ਉਸ ਦੇ ਬਾਵਜੂਦ ਵੀ ਜਿਹੜਾ ਉਹਦੇ ਸਟੈਚੂ ਦੇ ਕੋਲ ਜਾ ਕੇ, ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਦੇ ਕੋਲ ਜਾ ਕੇ ਤੁਸੀਂ ਹਾਰ ਪਾਇਆ। ਮੈਂ ਇਹ ਪੁੱਛ ਰਿਹਾ ਕਿ ਉਹ ਪ੍ਰੀ ਪਲਾਨਡ ਸੀ? ਜਿਹੜਾ ਉਹ ਪਲੈਨਿੰਗ ਸੀਗੀ ਨਾ ਹਾਰ ਪਾਣ ਦੀ ਜਿਹੜੀ ਸੀਗੀ, ਉਹ ਪਹਿਲਾਂ ਹੀ ਬਣਾਈ ਹੋਈ ਪਲੈਨਿੰਗ ਸੀਗੇ। ਅਸੀਂ ਇੱਥੇ ਬਾਬਾ ਸਾਹਿਬ ਦੇ ਹਾਰ ਪਾਣਾ ਆ। ਠੀਕ ਹੈ, ਠੀਕ ਹੈ। ਤੁਹਾਨੂੰ ਪਹਿਲੇ ਕਿਹਾ ਗਿਆ ਸੀ ਤੁਸੀਂ ਹਾਰ ਪਾ ਕੇ ਆਉਣਾ? ਇਹ ਮੈਨੂੰ ਨਹੀਂ ਕਿਹਾ ਗਿਆ ਸੀਗਾ ਕਿ ਮੈਨੂੰ ਹੀ ਹਾਰ ਪਾਣਾ ਆ। ਇਹ ਸੀਗਾ ਕਿ ਪਾਰਟੀ ਦੇ ਕਾਰਜਕਰਤਾ ਹੈਗੇ ਆ, ਜਦੋਂ ਉਹ ਯਾਤਰਾ ਆਈ ਉਹਨਾਂ ਨੇ ਹਾਰ ਪਾਣਾ ਆ। ਜੇ ਸਾਡੇ ਉੱਥੇ ਅਰੈਸਟ ਹੋ ਗਏ ਸੀ ਕੁਝ ਵੀ, ਤੇ ਸਾਨੂੰ ਇਹ ਸੀਗਾ ਕਿ ਅਸੀਂ ਇੱਥੇ ਜਿਹੜੇ ਹਾਰ ਪਾਣਾ ਆ। ਕਿ ਜੀਵਨ ਜੀ ਸਵਾਲ ਹੀ ਪੁੱਛ ਰਿਹਾ, ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦਵਾਂ ਜੀ। ਜੀਵਨ ਜੀ ਨਾਲ ਮੇਰੀ ਗੱਲ ਹੋਈ ਸੀ, ਜੀਵਨ ਜੀ ਨੇ ਇਹ ਕਿਹਾ ਕਿ ਮੈਂ ਵਿਅਕਤੀਗਤ ਤੌਰ ਤੇ ਕੋਈ ਕੌੜੇ ਸ਼ਬਦ ਨਹੀਂ ਬੋਲਣਾ ਚਾਹੁੰਦਾ, ਮੈਂ ਕਿਸਾਨਾਂ ਦਾ ਸਤਿਕਾਰ ਕਰਦਾ। ਜਿਹੜੀ ਪਾਰਟੀ ਛੱਡ ਚੁੱਕਾ, ਚਲੋ ਜਦੋਂ ਮੈਂ ਨਾਲ ਸੀ ਉਦੋਂ ਨਾਲ ਸੀ। ਇਹਨਾਂ ਨੇ ਇਹ ਗੱਲ ਕਿ ਮੈਂ ਕੌੜੇ ਸ਼ਬਦ ਨਹੀਂ ਬੋਲਾਂਗਾ, ਪਰ ਫਿਰ ਵੀ ਮੈਂ ਇੱਕ
ਇੱਕ ਵੈਸੇ ਚਾਹੁੰਦਾ ਇੱਕ ਆਈਡੀਆ ਹੋਵੇ ਸਾਨੂੰ ਜਿਹੜੀ ਆਈਡੀਓਲੋਜੀ ਆ ਬੀਜੇਪੀ ਤੋਂ ਸਮਝਣ ਦਾ ਮੌਕਾ ਮਿਲੇ। ਮੈਂ ਇਹ ਪੁੱਛ ਰਿਹਾ ਕਿ ਜਦੋਂ ਕਿਸਾਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਅੱਜ ਹਾਰ ਨਹੀਂ ਪਾਣ ਦੇਣੇ, ਸਾਡੀ ਬੇਨਤੀ ਹੈ ਅੱਜ ਨਹੀਂ ਪਾਣੇ ਕੱਲ ਪਾ ਲਿਓ, ਫਿਰ ਕੀ ਇੰਨੀ ਆਫਤ ਕੀ ਆਈ ਸੀ ਕਿ ਉਦੋਂ ਹੀ ਹਾਰ ਪਾਉਣਾ ਸੀ? ਉਦੋਂ ਦੇਖੋ ਜਦੋਂ ਨਾ ਦੋ ਧਿਰਾਂ ਬਣ ਜਾਂਦੀਆਂ ਆ ਜਾਂ ਦੋ ਬੰਦਿਆਂ ਦੀ ਹੁੰਦੀ ਕਮਿਊਨੀਕੇਸ਼ਨ ਦੇ ਵਿੱਚ ਸਾਡਾ ਪ੍ਰਸ਼ਾਸਨ ਸੀਗਾ ਜੀ। ਜਦੋਂ ਸਾਨੂੰ ਪ੍ਰਸ਼ਾਸਨ ਨੇ ਗੱਲ ਕੀਤੀ ਆ ਉਹ ਕਿਸਾਨਾਂ ਨਾਲ ਵੀ ਗੱਲ ਕਰਦੇ ਸੀਗੇ ਜਿਹੜੇ ਬੈਠੇ ਸੀਗੇ ਤੇ ਸਾਡੇ ਨਾਲ ਵੀ ਗੱਲ ਕਰਦੇ ਸੀਗੇ। ਜਦੋਂ ਉਹਨਾਂ ਨੇ ਸਾਨੂੰ ਅਥਾਰਟੀ ਦਿੱਤੀ ਆ ਨਾਲ ਸਾਡੇ ਆਏ ਆ ਹਾਰ ਸਾਡੇ ਹੱਥਾਂ 'ਚ ਫੜਾਏ ਆ ਤਾਂ ਅਸੀਂ ਉਸ ਤੋਂ ਬਾਅਦ ਹਾਰ ਪਾਉਣ ਨੂੰ ਆ। ਸਾਨੂੰ ਨਹੀਂ ਪਤਾ ਉਹਨਾਂ ਦੀ ਕਿਸਾਨਾਂ ਦੇ ਨਾਲ ਉੱਥੇ ਕੀ ਕਮਿਟਮੈਂਟ ਹੋਈ ਸੀਗੀ ਹਾਰ ਪਾਣੇ ਕਿ ਨਹੀਂ ਪਾਣੇ ਆ। ਜੇ ਉਹਨਾਂ ਦੀ ਪ੍ਰਸ਼ਾਸਨ ਦੀ ਕਮਿਟਮੈਂਟ ਹੋ ਗਈ ਸੀਗੇ ਹਾਰ ਨਹੀਂ ਪਾਣੇ ਆ ਤਾਂ ਸਾਨੂੰ ਸੀਗਾ ਅਸੀਂ ਨਹੀਂ ਹਾਰ ਪਾਉਂਦੇ। ਤਾਂ ਸਭ ਤੋਂ ਵੱਡੀ ਗੱਲ ਮੈਂ ਇੱਕ ਵਾਰੀ ਨਹੀਂ ਕਾਫੀ ਵਾਰੀ ਇਹ ਕਿਹਾ ਜੇ ਉੱਥੋਂ ਕਿਸਾਨਾਂ ਦੇ ਵਿੱਚੋਂ ਕੋਈ ਬੰਦਾ ਹਾਰ ਪਾ ਕੇ ਗੱਲ ਕਹਿ ਦਿੰਦਾ ਕਿ ਅਸੀਂ ਸਨਮਾਨ ਕਰਤਾ ਤੁਸੀਂ ਸਨਮਾਨ ਕਰਤਾ, ਇੱਕੋ ਚੀਜ਼ ਹੁੰਦੀ ਆ ਕਿਉਂਕਿ ਜਿਹੜਾ ਸਨਮਾਨ ਕੀਤਾ ਜਾਂਦਾ ਆ ਉਹ ਸਭ ਤੋਂ ਬੜਾ ਹੁੰਦਾ ਆ। ਉੱਥੇ ਕੋਈ ਇਨਸਾਨ ਨਹੀਂ ਦੇਖਿਆ ਜਾਂਦਾ, ਉੱਥੇ ਧਰਮ ਨਹੀਂ ਦੇਖਿਆ ਜਾਂਦਾ। ਜੇ ਅਸੀਂ ਹਰ ਇੱਕ ਧਰਮ ਦਾ ਸਨਮਾਨ ਕਰਦੇ ਆ ਤਾਂ ਉੱਥੇ ਜੇ ਉੱਥੋਂ ਇੱਕ ਇਨਸਾਨੀਅਤ ਦੇ ਨਾਤੇ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਜੇ ਇਨਸਾਨੀਅਤ ਦੇ ਨਾਤੇ ਉੱਥੋਂ ਕੋਈ ਹਾਰ ਪਾ ਦਿੰਦਾ ਤਾਂ ਕਹਿ ਦਿੰਦਾ ਵੀ ਅਸੀਂ ਹਾਰ ਪਾਤਾ ਵੀ ਤੁਸੀਂ ਹਾਰ ਪਾਇਆ ਨਹੀਂ ਪਾਇਆ ਕੋਈ ਗੱਲ ਨਹੀਂ ਆ, ਉਹ ਅਸੀਂ ਸਨਮਾਨ ਕਰਤਾ, ਸਾਡਾ ਸਨਮਾਨ ਕੀਤਾ ਤੁਹਾਡਾ ਸਨਮਾਨ ਕੀਤਾ ਇੱਕੋ ਹੀ ਹੈਗਾ ਆ ਵੀ ਅਸੀਂ ਇਸ ਚੀਜ਼ ਨੂੰ ਆਪਾਂ ਤਕਰਾਰਬਾਜ਼ੀ ਨਹੀਂ ਕਰਦੇ ਆ ਕਿਉਂਕਿ ਅਸੀਂ ਪਰ ਮਾਹੌਲ ਬੜਾ ਗਰਮ ਸੀ, ਅਸੀਂ ਉੱਥੇ ਸੀ ਟਕਰਾਵ ਦੀ ਸਥਿਤੀ ਤਾਂ ਪਹਿਲਾਂ ਤੋਂ ਹੀ ਸੀ ਲੇਕਿਨ ਪੁਲਿਸ ਦੀ ਸ਼ਲਾਘਾ ਕਰਦੇ ਉਹਨਾਂ ਨੇ ਬਿਨਾਂ ਬਲ ਦਾ ਪ੍ਰਯੋਗ ਕੀਤੇ ਜਿਹੜੀਆਂ ਦੋਵਾਂ ਧਿਰਾਂ ਨੂੰ ਅਲੱਗ-ਅਲੱਗ ਖੂੰਜਿਆਂ ਵਿੱਚ ਲੈ ਕੇ ਗਈਆਂ ਜੀ। ਉਹ ਦੇਖੋ ਜਿਹੜੀ ਤਕਰਾਰਬਾਜ਼ੀ ਹੋਈ ਆ ਉਹਦੇ ਵਿੱਚੋਂ ਅਸੀਂ ਵੀ ਬਹੁਤ ਇਹਨੂੰ ਚੀਜ਼ ਕਹਿੰਦੇ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ। ਇਹ ਨਾ ਸਾਡੇ ਮੇਰੇ ਹਿਸਾਬ ਨਾਲ ਕਦੇ ਇਦਾਂ ਪੰਜਾਬ ਦੀ ਹਿਸਟਰੀ ਵਿੱਚ ਇਹ ਚੀਜ਼ ਹੋਈ ਆ। ਉਸ ਤੋਂ ਬਾਅਦ ਵੀ ਕੁਝ ਇਦਾਂ ਦੇ ਮਾਹੌਲ ਵੀ ਬਣਦੇ ਰਹੇ ਆ ਕਿ ਬੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਜਾਂ ਕੁਝ ਕਾਰੀਕਰਤਾ ਹੈਗੇ ਆ ਜਾਂ ਕਿੱਦਾਂ ਵੀ ਹੈਗਾ ਕਿਸਾਨਾਂ ਦਾ ਵੀ ਚੱਲਦਾ ਆ। ਜੇ ਇਸ ਸਿਚੁਏਸ਼ਨ ਨੂੰ ਹਾਲਾਤ ਨੂੰ ਕੰਟਰੋਲ ਕੀਤਾ ਆ ਤੇ ਮੈਂ ਹੀ ਬਾਰ-ਬਾਰ ਕਿਹਾ ਕਿ ਮੈਂ ਨਹੀਂ ਚਾਹਨਾ ਕਿ ਇੱਕ ਨਵਾਂ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾਵੇ ਕਿਉਂਕਿ ਜੇ ਮੇਰੀ ਜਗ੍ਹਾ ਤੇ ਮੈਂ ਜਿਹੜੀ ਦਰਖਾਸਤ ਦਿੱਤੀ ਉਹ ਤੁਹਾਡੇ ਥਰੂ ਗਈ ਹੈ ਕਿ ਪਾਰਟੀ ਦੇ ਥਰੂ ਗਈ ਹੈ? ਉਹ ਮੇਰੇ ਥਰੂ ਗਈ ਹੈਗੀ ਆ। ਉਹਦੇ ਵਿੱਚੋਂ ਬਾਈ ਨੇਮ ਕਿਸੇ ਦਾ ਨਹੀਂ ਗਿਆ ਹੈਗਾ। ਤਾਂ ਗੱਲਬਾਤ ਹੋਈ ਸੀ ਜਿੱਦਾਂ ਵੀ ਜੋ ਸਿਚੁਏਸ਼ਨ ਹੋਈ ਸੀ ਉਹ ਸਿਚੁਏਸ਼ਨ ਦੱਸੀ ਗਈ ਆ ਤੇ ਉਹਦੇ ਵਿੱਚ ਜਿਹੜੀ ਵੀ ਇਨਕੁਆਇਰੀ ਹੋਈ ਆ ਜਾਂ ਗੱਲ ਹੋਈ ਆ ਉੱਥੇ ਵੀ ਡੀਐਸਪੀ ਨਿਰਮਲ ਜੀ ਜਿਹਨਾਂ ਕੋਲ ਕੇਸ ਸੀਗਾ ਉਹਨਾਂ ਨੂੰ ਇਹੀ ਗੱਲ ਕਹੀ ਗਈ ਆ ਬਸ ਸਰ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਜਿਹੜੀ ਆ ਵੀਡੀਓ ਤੁਹਾਡੇ ਕੋਲ ਆ ਲਾਈਵ ਮੀਡੀਆ ਉੱਥੇ ਸੀ ਤੁਸੀਂ ਵੀ ਉੱਥੇ ਸੀਗੇ ਤੁਸੀਂ ਚੈੱਕ ਕਰ ਲਓ ਜੇ ਤੁਹਾਨੂੰ ਲੱਗਦਾ ਕਿ ਮੈਂ ਕੋਈ ਗੁਨਾਹ ਕੀਤਾ ਆ ਤੁਸੀਂ ਮੈਨੂੰ ਤੇ ਅਰੈਸਟ ਕਰ ਲੈਂਦੇ ਜੀ। ਅੱਛਾ ਜੀਵਨ ਜੀ ਮੈਂ ਇੱਕ ਦੋ ਸਵਾਲ ਹੋਰ ਲਵਾਂਗਾ ਫਿਰ ਤੁਹਾਡੇ ਅਸਤੀਫੇ ਵੱਲ ਵੀ ਆਵਾਂਗਾ। ਇੱਕ ਚੀਜ਼ ਜ਼ਰੂਰ ਕਲੀਅਰ ਕਰਿਓ ਕਿਉਂਕਿ ਨਾ ਕਈ ਵੇਲੇ ਜਿਹੜੀ ਬਿਆਨਬਾਜ਼ੀ ਹੁੰਦੀ ਆ ਬੀਜੇਪੀ ਦੇ ਵੱਲੋਂ ਉਹ ਇਉਂ ਲੱਗਦਾ ਕਿ ਪ੍ਰਵੋਕ ਕੀਤਾ ਜਾਂਦਾ। ਉਦੋਂ ਵੀ ਜਿਹੜੇ ਤੁਹਾਡੇ ਜੋ ਜਿਹਦੀ ਪਾਰਟੀ ਵਿੱਚ ਤੁਸੀਂ ਪਹਿਲਾਂ ਸੀਗੇ ਉੱਥੇ ਦੇ ਪ੍ਰਧਾਨ ਨੇ ਇੱਕ ਵਾਰੀ ਡੀਸੀ ਆਫਿਸ ਦੇ ਬਾਹਰ ਵੀ ਕਿਹਾ ਸੀ ਅਸੀਂ ਇੱਟ ਨਾਲ ਇੱਟ ਖੜਕਾ ਦੇਵਾਂਗੇ ਅਗਰ ਸਾਡੇ ਪ੍ਰਧਾਨ ਨੂੰ ਕੁਝ ਹੋ ਜਾਂਦਾ ਕਿਉਂਕਿ ਕਿਸਾਨਾਂ ਨੇ ਕਲੀਅਰ ਕੀਤਾ ਸੀ ਕਿ ਅਸੀਂ ਸ਼ਾਂਤਮਈ ਢੰਗ ਨਾਲ ਜਿਹੜਾ ਪ੍ਰੋਟੈਸਟ ਕਰਾਂਗੇ। ਇਹੋ ਜਿਹੀ ਬਿਆਨਬਾਜ਼ੀ ਆਉਂਦੀ ਕਿਉਂ ਬੀਜੇਪੀ ਵੱਲੋਂ ਕਿ ਉਹ ਪ੍ਰਵੋਕ ਕਰਨਾ ਚਾਹੁੰਦੇ ਆ ਸਾਨੂੰ ਪੋਕ ਕਰਨਾ ਚਾਹੁੰਦੇ ਜਿਹੜੇ ਕਿਸਾਨ ਨੇ? ਭਾਜੀ ਜਿਹੜੀ ਇਹ ਗੱਲ ਤੁਸੀਂ ਕੁਐਸਚਨ ਪੁੱਛਿਆ ਕੁਐਸਚਨ ਬਹੁਤ ਵਧੀਆ ਆ। ਅਸੀਂ ਕਹਿੰਦੇ ਆ ਕਿ ਦੇਖੋ ਇਹ ਇਕੱਲੀ ਬੀਜੇਪੀ ਨਹੀਂ ਆ ਹਰੇਕ ਪਾਰਟੀ ਦੇ ਵਿੱਚੋਂ ਜਾਂ ਕਿਸੇ ਜਿਹੜੇ ਸ਼ਰਾਰਤੀ ਕੋਈ ਆਨਸਰ ਹੁੰਦੇ ਆ ਉਹਨਾਂ ਵੱਲੋਂ ਕੁਝ ਇਦਾਂ ਦੇ ਸ਼ਬਦ ਵਰਤੇ ਜਾਂਦੇ ਆ ਜਿਨ੍ਹਾਂ ਕਰਕੇ ਲੋਕਾਂ ਨੂੰ ਉਕਸਾਇਆ ਜਾਂਦਾ ਆ। ਦੇਖੋ ਕਹਿਣ ਦਾ ਮਤਲਬ ਕੀ ਹੁੰਦਾ ਆ ਕਿ ਕਰੇ ਕੋਈ ਤੇ ਭਰੇ ਕੋਈ। ਮੈਂ ਇਹ ਗੱਲ ਕਰਨੀ ਚਾਹੁੰਦਾ ਕਿਉਂਕਿ ਉੱਥੇ ਮੀਡੀਆ ਵੀ ਆਉਂਦਾ ਆ ਤਾਂ ਕਈ ਕਾਰਜਕਰਤਾ ਬੜੇ ਜੋਸ਼ 'ਚ ਸਾਹਮਣੇ ਆ ਕੇ ਕਹਿੰਦੇ ਇੰਟਰਨੈਟ ਖੜਕਾ ਦਾਂਗੇ ਔਰ ਮਤਲਬ ਜੋ ਆਪਣੇ ਨਾਅਰੇ ਲਾਉਂਦੇ ਪਾਰਟੀ ਦੇ ਬਟ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ ਆਪਣਾ ਪੁਆਇੰਟ ਆਫ ਵਿਊ ਨਹੀਂ ਰੱਖਦੇ। ਬੜੀ ਜਿਵੇਂ ਨਾ ਆਪਾਂ ਕਹਿੰਦੇ ਹਲੀਮੀ ਨਾਲ ਕਿਸਾਨ ਘੱਟੋ ਘੱਟ ਆਪਣਾ ਪੁਆਇੰਟ ਆਫ ਵਿਊ ਹਲੀਮੀ ਨਾਲ ਤਾਂ ਰੱਖਦੇ ਆ। ਬੀਜੇਪੀ ਨਾਲ ਗੱਲ ਕਰਨਾ ਹਾਲ ਦੀ ਘੜੀ ਬੜਾ ਮੁਸ਼ਕਿਲ ਹੋ ਜਾਂਦਾ ਜੀ। ਸਰ ਸਬਰ ਤੇ ਸੰਤੋਖ ਹਰ ਕਿਸੇ ਨੂੰ ਨਹੀਂ ਮਿਲਦਾ ਜੀ। ਜੇ ਕੋਈ ਆਪਣੀ ਬਿਆਨਬਾਜ਼ੀ ਰੱਖਦਾ ਆਪਣੇ ਤੌਰ ਤੇ ਰੱਖਦਾ ਹੈ ਉਹ ਆਪਣੀ ਬਿਆਨਬਾਜ਼ੀ ਕਰਦਾ ਹੈਗਾ। ਹੁਣ ਜੇ ਮੈਂ ਆਪਣੀ ਗੱਲ ਕਰਾਂ ਜੀ ਤੇ ਇਹਨਾਂ ਕਿਉਂਕਿ ਆਪਣੇ ਵੱਲ ਨੂੰ ਲੈ ਗਿਆ ਜੇ ਆਪਣੀ ਗੱਲ ਕਰਾਂ ਤੇ ਸਬਰ ਜਿਹੜਾ ਆ ਸਬਰ ਰੱਖਦੇ ਹੋਏ ਹੀ ਇਹ ਚੀਜ਼ ਕੀਤੀ ਗਈ ਆ ਤੇ ਨਹੀਂ ਤਾਂ ਜੇ ਆਪਾਂ ਨਵਾਂ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਹੁੰਦਾ ਤਾਂ ਮੈਂ ਕਹਿੰਦਾ ਜੇ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤਾਂ ਅੱਜ ਜਿਹੜਾ ਨਵਾਂ ਸ਼ਹਿਰ ਦਾ ਮਾਹੌਲ ਕਚੋਰ ਹੋਣਾ ਸੀਗਾ। ਨੁਕਸਾਨ ਕਿਹਦਾ ਹੋਣਾ ਸੀ ਸਾਡੇ ਸ਼ਹਿਰ ਦਾ ਸਾਡੇ ਲੋਕਾਂ ਦਾ। ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਸਬਰ ਰੱਖਿਆ ਔਰ ਜਿਵੇਂ ਤੁਹਾਨੂੰ ਕਿਹਾ ਗਿਆ ਸੀ ਇਸ ਗੱਲ ਨੂੰ ਹਾਈਲਾਈਟ ਕਰੋ ਤੁਸੀਂ ਉਸ ਤਰੀਕੇ ਨਹੀਂ ਕੀਤੀ। ਠੀਕ ਆ। ਉਸ ਤੋਂ ਬਾਅਦ ਇਹ ਵੀ ਚੀਜ਼ ਤੁਸੀਂ ਦੇਖ ਸਕਦੇ ਆ ਕਿ ਇੰਨਾ ਕੁਝ ਹੋਣ ਦੇ ਬਾਅਦ ਵੀ ਕੀ ਮੇਰੇ ਵੱਲੋਂ ਕੋਈ ਵੀ ਇੰਟਰਵਿਊ ਨਹੀਂ ਕੀਤੀ ਗਈ ਮੇਰੇ ਵੱਲੋਂ ਕਿਸੇ ਦੇ ਅਗੇਂਸਟ ਕੋਈ ਬਿਆਨ ਨਹੀਂ ਦਿੱਤਾ ਗਿਆ। ਉਦੋਂ ਵੀ ਤੁਹਾਡੇ ਨਾਲ ਗੱਲ ਹੋਈ ਸੀ ਜੀ। ਠੀਕ ਹੈ ਨਾ। ਤੁਸੀਂ ਵੀ ਕਿਹਾ ਸੀਗਾ ਵੀ ਹਾਂਜੀ ਤੁਹਾਡੇ ਨਾਲ ਭਾਈ ਇੰਟਰਵਿਊ ਕਰਨੀ ਹੈ। ਮੈਂ ਤੁਹਾਨੂੰ ਕਿਹਾ ਕਿ ਜਦੋਂ ਅਸੀਂ ਕਿਸੇ ਪਾਰਟੀ 'ਚ ਹੋਈਏ ਸੰਸਥਾ ਦੇ ਵਿੱਚ ਹੋਈਏ ਉਹ ਪ੍ਰੋਪੋਗੈਂਡਾ ਜਿਹੜਾ ਆ ਸਾਨੂੰ ਉਹ ਫੋਲੋ ਕਰਨਾ ਪੈਂਦਾ ਆ। ਫੋਲੋ ਕਰਨ ਦੇ ਨਾਲ ਹੀ ਇਹ ਚੀਜ਼ ਹੁੰਦੀ ਆ ਕਿ ਪ੍ਰੋਟੋਕਾਲ ਜਿਹੜਾ ਹੈਗਾ ਪ੍ਰੋਟੋਕਾਲ ਜਿਹੜੀ ਹੈਗੀ ਆ ਉਹ ਆਪਾਂ ਨੂੰ ਦੇਖਣੀ ਪੈਂਦੀ ਆ ਫੋਲੋ ਕਰਨੀ ਪੈਂਦੀ ਆ। ਠੀਕ ਹੈ ਨਾ। ਜੇ ਆਪਾਂ ਫੋਲੋ ਨਹੀਂ ਕਰਦੇ ਆ
ਇਨਸਾਨ ਕੋਈ ਵੀ ਵੱਡਾ ਨਹੀਂ ਹੁੰਦਾ। ਜੇ ਅੱਜ ਮੈਂ ਇੱਥੇ ਹੈਗਾ ਆ ਸ਼ਹਿਰ ਵਾਸੀਆਂ ਵਾਸਤੇ ਆ, ਪੰਜਾਬ ਵਾਸੀਆਂ ਦੇ ਦੇਸ਼ ਵਾਸੀਆਂ ਵਾਸਤੇ ਆ। ਅਸਤੀਫਾ ਜਾਂ ਉਹਦੇ ਜਿਹੜੇ ਆ ਕਾਰਨ ਕੀ ਬਣਿਆ ਅਸਤੀਫਾ ਦੇਣ ਦਾ ਜੀ? ਦੇਖੋ ਇਹ ਜਿਹੜੇ ਤੁਹਾਨੂੰ ਦੱਸਿਆ ਕਿ ਸਮੇਂ-ਸਮੇਂ ਤੇ ਜਦੋਂ ਇਹ ਚੀਜ਼ ਬਾਹਰ ਨਿਕਲ ਕੇ ਆਈ, ਉਸ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਹੋਇਆ। MLA ਸਾਹਿਬ ਸਾਡੇ ਜਿਹੜੇ ਹੈਗੇ ਨੇ ਪੰਜਾਬ ਦੇ ਜੀ, ਉਹ ਵੀ ਉੱਥੇ ਪਹੁੰਚੇ। ਉਹਨਾਂ ਨੇ ਵੀ ਰੋਲੀ ਪਾਈ ਕਿ ਸਾਡੇ ਕੋਲ ਜਿਹੜਾ ਆ ਕਾਨੂੰਨ, ਜਿਹੜੇ ਕਾਲੇ ਕਾਨੂੰਨ ਜਿਹੜੇ ਆਪਾਂ ਕਹਿੰਦੇ ਆ, ਉਹਨਾਂ ਦੀ ਕਾਪੀਆਂ ਨਹੀਂ ਆ। ਜੇ ਕਾਪੀਆਂ ਨਹੀਂ, ਉਹਨਾਂ ਨੂੰ ਤੱਕ ਨਹੀਂ ਕਾਪੀਆਂ ਪਹੁੰਚੀਆਂ, ਸਾਡੇ ਤੱਕ ਕਾਪੀਆਂ ਕਿੱਦਾਂ ਪਹੁੰਚ ਸਕਦੀਆਂ ਸੀਗੀਆਂ? ਸਾਡੇ ਤੱਕ ਜਿਹੜੀ ਇਨਫੋਰਮੇਸ਼ਨ ਪ੍ਰੋਪਰ ਨਹੀਂ ਪਹੁੰਚੀ ਆ। ਪਰ ਕਿਸਾਨ ਜਥੇਬੰਦੀ ਨੇ ਬੜਾ ਕਲੀਅਰ ਕੀਤਾ ਜੀ ਕਿ ਐਸੈਂਸ਼ੀਅਲ ਕਮੋਡਿਟੀਜ਼ ਦੇ ਉੱਤੇ ਲੱਗ ਗਿਆ, ਚਾਹੇ ਹੁਣ ਕਾਰਪੋਰੇਟ ਘਰਾਣਿਆਂ ਨੂੰ ਜਿਹੜੀਆਂ ਜ਼ਮੀਨਾਂ ਦੇ ਦਿੱਤੀਆਂ ਜਾਣਗੀਆਂ, ਉਹਦੇ ਬਾਬਤ ਤੁਹਾਡੀ ਜਿਹੜੀ ਪਾਰਟੀ ਉਹਦੇ ਵਿੱਚ ਕੀ ਗੱਲਬਾਤ ਚੱਲਦੀ ਹੁੰਦੀ ਸੀ? ਦੇਖੋ ਹੁਣ ਉਹਦੇ ਵਿੱਚ ਵੀ ਜਿਹੜੀ ਗੱਲਬਾਤ ਇਹੀ ਚੱਲਦੀ ਸੀਗੀ ਕਿ ਜੇ ਇਹ ਕਾਨੂੰਨ ਆਏ ਹੈਗੇ ਆ, ਉਹਨਾਂ ਵਿੱਚੋਂ ਕਿਸੇ ਕਿਸਾਨ ਦੀ ਹਲੇ ਕੋਈ ਜ਼ਮੀਨ ਤਾਂ ਗਈ ਨਹੀਂ ਹੈਗੀ ਆ। ਤੇ ਇੱਕ ਮਨ ਘੜਤ ਜਿਹੜੀ ਇਹ ਕਹਾਣੀ ਜਾਂ ਆਪਾਂ ਫਿਊਚਰ ਵਿੱਚ ਕਹਿੰਦੇ ਹੋ ਸਕਦਾ ਆ, ਉਹ ਚੀਜ਼ਾਂ ਬਣ ਰਹੀਆਂ ਆ। ਠੀਕ ਹੈ ਨਾ? ਦੇਖੋ ਅਸੀਂ ਪਾਸਟ ਨੂੰ ਜੇ ਭੁੱਲ ਕੇ ਅੱਜ ਦੇ ਵਿੱਚ ਜੀਣਾ ਸ਼ੁਰੂ ਕਰ ਦਈਏ ਤਾਂ ਸਾਡਾ ਫਿਊਚਰ ਜਿਹੜਾ ਆ ਉਹ ਚੰਗਾ ਬਣ ਜਾਂਦਾ। ਇਸ ਕਰਕੇ ਜਿਹੜਾ ਆ ਕਿ ਉਹ ਸਮੇਂ ਦੇ ਦੌਰਾਨ ਜਿਹੜੀ ਗੱਲਬਾਤ ਹੋਈ ਆ, ਤਾਂ ਹੋਣ ਤੋਂ ਬਾਅਦ ਅਸੀਂ ਵੀ ਪਤਾ ਲੱਗਿਆ ਤੇ ਵੀ ਆਹ ਗਲਤ ਹੋਇਆ ਆ, ਤਾਂ ਅਸੀਂ ਲੋਕਾਂ ਦੇ ਜਿਹੜੇ ਆਪਣੇ ਪਿਆਰ ਮੁਹੱਬਤ ਜਿਨ੍ਹਾਂ ਨਾਲ ਹੈਗਾ ਆ, ਕਿਉਂਕਿ ਸਾਡੇ ਕੋਲ ਵੀ ਕਿਸਾਨ ਆਉਂਦੇ ਰਹੇ, ਸਾਡੇ ਕੋਲ ਕਾਮਰੇਡ ਜਿਹੜੇ ਕਹਿੰਦੇ ਨੇ ਆਪਾਂ ਲਾਲ ਝੰਡੇ ਵਾਲੀ ਗੱਲ ਹੁੰਦੀ ਆ, ਕਿਸੇ ਤਰ੍ਹਾਂ ਦੇ ਵੀ ਲੋਕ ਹੈਗੇ, ਆਮ ਲੋਕ ਵੀ। ਕੋਈ ਕਿਸੇ ਨੇ ਥ੍ਰੈਟ ਤਾਂ ਨਹੀਂ ਕੀਤਾ, ਫੋਰਸਫੁਲੀ ਤਾਂ ਨਹੀਂ ਛੱਡਿਆ ਬੀਜੇਪੀ ਨੂੰ? ਮੈਨੂੰ ਇਸ ਵਿੱਚ ਕਿਸੇ ਦਾ ਕੋਈ ਦਬਾਅ ਨਹੀਂ ਸੀ। ਮੈਂ ਆਪਣੇ ਜਿਹੜਾ ਆ ਕਹਿੰਦੇ ਹੁੰਦੇ ਜਾਗਦੇ ਜ਼ਮੀਰ ਹੁੰਦੇ ਆ, ਮੈਂ ਇੱਕ ਸਮਾਜ ਸੇਵਾ ਕਰਨ ਵਾਲਾ ਬੰਦਾ ਆ। ਤੇ ਜਿੱਥੇ ਮੈਨੂੰ ਨਜ਼ਰ ਆਈ ਆ ਵੀ ਇਹ ਚੀਜ਼ ਆਪਣੇ ਪੰਜਾਬ ਦੇ ਲਈ ਨਹੀਂ ਸਹੀ ਹੈਗੀ ਆ, ਤਾਂ ਉੱਥੇ ਅਸੀਂ ਸਟੈਪ ਜਿਹੜਾ ਪਿੱਛੇ ਲੈ ਲਿਆ। ਅੱਛਾ, ਮੈਂ ਇੱਕ ਹੋਰ ਕਾਊਂਟਰ ਸਵਾਲ ਪੁੱਛਣਾ ਚਾਹੁੰਦਾ ਜੀ। ਕਹਿੰਦੇ ਕਿ ਮਹਾਲੋ ਪਿੰਡ ਵਿੱਚ ਇਹ ਵੀ ਲਿਖਿਆ ਹੈ ਕਿ ਬੀਜੇਪੀ ਵਾਲੇ ਪਿੰਡ 'ਚ ਨਾਲ, ਕਿਤੇ ਇਹ ਕਾਰਨ ਤਾਂ ਨਹੀਂ ਤੁਹਾਡੀ ਰਿਹਾਇਸ਼ ਉੱਧਰ ਆ ਕਿ ਬੀਜੇਪੀ ਦਾ ਹੁਣ ਸ਼ਾਇਦ ਮੈਨੂੰ ਪਿੰਡ 'ਚ ਨਾ ਵੜਨ ਦੇ? ਔਰ ਦੂਜਾ ਸਵਾਲ ਇੱਕ ਹੋਰ ਲੈ ਲੈਣਾ, ਹੰਸਰਾਜ ਹੰਸ ਜੀ ਦੀ ਵੀ ਇੱਕ ਉਹ ਕਲਿੱਪ ਬੜੀ ਵਾਇਰਲ ਹੋ ਰਹੀ ਹੈ। ਉਹ ਕਹਿੰਦੇ ਜਦੋਂ ਮੈਂ ਸਿੰਗਰ ਸੀ ਤਾਂ ਸਾਰੇ ਅਵਾਰਡਸ ਨੂੰ ਮੇਰੇ ਨਾਲ ਇਸ਼ਕ ਹੋ ਗਿਆ ਸੀ, ਆ ਪੋਲੀਟਿਕਸ ਵਿੱਚ ਤਾਂ ਛਤਰੌੜ ਹੀ ਆ। ਇਹ ਦੋ ਕਾਰਨ ਤਾਂ ਨਹੀਂ ਬਣੇ ਕਿ ਮਹਾਲੋ ਵਿੱਚ ਵੀ ਆੜ ਨਹੀਂ ਦਿੱਤਾ ਜਾਵੇਗਾ ਔਰ ਜਿਹੜਾ ਛਤਰੌੜ ਦੀ ਗੱਲ ਹੋਈ ਹੈ? ਇਹ ਦੇਖੋ ਜੀ, ਇਹ ਤੁਸੀਂ ਜੇ ਗੱਲ ਕਰਦੇ ਨਾ, ਮੈਂ ਮਹਾਲੋਂ ਦੇ ਵਿੱਚ ਮੇਰੇ ਤਕਰੀਬਨ ਗੇੜੇ ਲੱਗਦੇ ਰਹਿੰਦੇ ਆ ਜੀ, ਕਿਉਂਕਿ ਮੇਰਾ ਆਫਿਸ ਜਿਹੜਾ ਹੈ ਨਾ ਉਹ ਮਹਾਲੋਂ ਦੇ ਬਿਲਕੁਲ ਸੈਂਟਰ ਤੇ ਔਨ ਰੋਡ ਤੇ ਆ। ਜਦੋਂ ਐਡਾ ਵੱਡਾ ਮਸਲਾ ਹੋਇਆ ਸੀ ਹਾਰ ਪਾਣ ਨੂੰ ਲੈ ਕੇ, ਲੋਕ ਵਿਰੋਧ ਵਿੱਚ ਵੀ ਆਏ ਸੀ, ਕੋਈ ਸਾਥ ਵੀ ਸੀਗੇ, ਉਸ ਵੇਲੇ ਵੀ ਮੈਂ ਕੋਈ ਸਿਕਿਉਰਿਟੀ ਨਹੀਂ ਲਈ। ਤਾਂ ਮੈਂ ਅੱਜ ਵੀ ਜਿਹੜਾ ਆ, ਤੁਸੀਂ ਮੈਨੂੰ ਦੇਖ ਸਕਦੇ ਆ ਕਿ ਕਿਸੇ ਵੀ ਦਿਨ ਜਿਹੜਾ ਆ ਮੈਂ ਨਵਾਂ ਸ਼ਹਿਰ ਦੇ ਵਿੱਚੋਂ ਇਹ ਦੱਸੋ ਕਿ ਕਿਹੜੀ ਗਲੀ ਚੋਂ ਨਹੀਂ ਲੰਘ ਕੇ ਗਿਆ, ਕਿਹੜੇ ਪਿੰਡ ਚੋਂ ਨਹੀਂ ਗਿਆ। ਅਸੀਂ ਹਰੇਕ ਪਿੰਡਾਂ ਦੇ ਵਿੱਚ ਜਾਂਦੇ ਆ, ਸਾਡੇ ਵਿੱਚੋਂ ਬੀਜੇਪੀ ਘੱਟ, ਲੋਕਾਂ ਨਾਲ ਪਿਆਰ ਵੱਧ। ਜਿੱਥੇ ਪਿਆਰ ਸਤਿਕਾਰ ਹੋਵੇ ਨਾ, ਤੁਸੀਂ ਮੈਂ ਕਹਿੰਦਾ ਇੱਕ ਉਸੇ ਪਿਆਰ ਸਤਿਕਾਰ ਦੇ ਕਾਰਨ ਤੁਸੀਂ ਅਸਤੀਫਾ ਦਿੱਤਾ। ਇਹ ਪਿਆਰ ਸਤਿਕਾਰ ਲੋਕਾਂ ਦਾ, ਕਿਉਂਕਿ ਅਸੀਂ ਲੋਕਾਂ ਦਾ ਭਲਾ ਚਾਹੁੰਦੇ ਆ, ਲੋਕਾਂ ਦਾ ਪਿਆਰ ਚਾਹੁੰਦੇ ਆ, ਲੋਕਾਂ ਦਾ ਪਿਆਰ ਹੀ ਸਾਡਾ ਅਸਤੀਫੇ ਦਾ ਕਾਰਨ ਬਣਿਆ। ਹੁਣ ਫਿਰ 26 ਨੂੰ ਜਾਓਗੇ ਦਿੱਲੀ ਵੱਲ ਤੁਸੀਂ? ਜ਼ਰੂਰ, ਜੇ ਆਪਾਂ ਨੂੰ ਜਿੱਦਾਂ ਸਾਡੇ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਹੁੰਦੇ ਰਹੇ ਆ। ਮੈਂ ਕੱਲ ਵੀ ਉੱਥੇ ਜਾ ਕੇ ਆਇਆ ਸੀਗਾ ਰਿਲਾਇੰਸ ਦਫ਼ਤਰ। ਅੱਜ ਮਹਿਲਾ ਦਿਵਸ ਤੇ ਉੱਥੇ ਤੁਸੀਂ ਪਹੁੰਚੇ ਨਹੀਂ? ਅੱਜ ਮਹਿਲਾ ਦਿਵਸ ਅੱਜ ਜਿੱਦਾਂ ਦੇਖੋ ਜੀ, ਮੈਸੇਜ ਵੀ ਕੁਝ ਲੱਗਦਾ ਹੁੰਦਾ ਆ, ਜਾਂ ਕੋਈ ਸੁਨੇਹਾ ਭੇਜਿਆ ਜਾਂਦਾ ਆ, ਜਾਂ ਬੰਦਾ ਉੱਥੇ ਮੌਜੂਦ ਹੋਵੇ, ਸ਼ਹਿਰ ਦੇ ਵਿੱਚ ਹੋਵੇ, ਤਾਂ ਉਹ ਗੱਲ ਬਣ ਜਾਂਦੀ ਹੈ। ਜੀਵਨ ਜੀ ਤਾਂ ਪਰਸਨਲੀ ਤੌਰ ਤੇ ਨਹੀਂ ਨਾ ਸਾਰਿਆਂ ਨੂੰ ਮੈਸੇਜ ਕਰਨਗੇ ਕਿਸਾਨ ਜਥੇਬੰਦੀਆਂ ਜਿਹੜੀਆਂ। ਹੁਣ ਸਾਨੂੰ ਵੀ, ਕਿਉਂਕਿ ਚਲੋ ਅਸੀਂ ਮੀਡੀਆ ਨਾਲ ਜੁੜੇ ਹੋਏ ਤਾਂ ਮੈਸੇਜ ਆ ਜਾਂਦਾ। ਨਾਰਮਲੀ ਅਗਰ ਅਸੀਂ ਵਿਅਕਤੀਗਤ ਤੌਰ ਤੇ ਜਾਣਾ ਚਾਹੁੰਦੇ, ਉਹ ਤਾਂ ਸਾਨੂੰ ਇਨੀਸ਼ੀਏਟਿਵ ਆਪ ਲੈਣਾ ਪਏਗਾ ਨਾ। ਦੇਖੋ ਹੁਣ ਇੱਕ ਜੇ ਤੁਸੀਂ ਕਹਿੰਦੇ ਨਾ ਲਾਈਵ ਮੀਡੀਆ ਅਸੀਂ ਵੀ ਦੇਖਦੇ ਆ, ਤਾਂ ਉਹਦੇ ਵਿੱਚੋਂ ਅਸੀਂ ਇਹ ਚੀਜ਼ ਨਹੀਂ ਕਹਿੰਦੇ ਕਿ ਅੱਜ ਮਹਿਲਾ ਦਿਵਸ ਦੇ ਉੱਤੇ ਇਕੱਠੇ ਹੋਏ ਆ ਕਿ ਬੰਦਾ ਪਤਾ ਨਹੀਂ ਆਪਣਾ ਨਾਮ ਚਮਕਾਉਣ ਵਾਸਤੇ ਇੱਥੇ ਆ ਗਿਆ। ਠੀਕ ਹੈ, ਦੂਜੇ ਪਾਸੇ ਨਾ ਸੋਚਣਾ, ਆਪਣਾ ਸਿੱਕੇ ਦਾ ਦੂਜਾ ਪਹਿਲੂ ਨਾ ਦੇਖ ਲੈ, ਦੂਸਰਾ ਪਹਿਲੂ ਨਾ। ਠੀਕ ਹੈ, ਹੈਡ ਟੇਲ ਹੁੰਦੀ ਨਾ। ਜੀ ਜੀ ਜੀ, ਬਹੁਤ ਚੰਗਾ, ਠੀਕ ਹੈ। ਠੀਕ ਹੈ ਨਾ, ਇਹ ਚੀਜ਼ਾਂ ਨੂੰ ਵੀ ਦੇਖਣਾ ਪੈਂਦਾ ਆ ਵੀ ਉੱਥੇ ਜਾ ਕੇ ਹੁਣ ਮੈਂ ਕੀ ਪਤਾ ਨਹੀਂ ਸਹਾਨੁਭੂਤੀ ਲੈਣ ਆ ਗਿਆ। ਸਹਾਨੁਭੂਤੀ ਯਾਦ ਹੈ, ਮੈਂ ਇੱਕ, ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਵਿਜੇ, ਮੇਰਾ ਫੋਨ ਤੋਂ ਮੈਂ ਇੱਕ ਮੈਸੇਜ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਤੁਸੀਂ ਇੱਕ ਚੀਜ਼ ਜ਼ਰੂਰ ਦੱਸੋ ਕਿ ਹੁਣ 26 ਨੂੰ ਤੁਸੀਂ ਜਿਹੜਾ 24 ਤੋਂ ਇੱਥੋਂ ਜਿਹੜੇ ਕੂਚ ਕਰਨਾ ਦਿੱਲੀ ਵੱਲ ਨੂੰ, ਕਿਉਂਕਿ ਹੁਣ ਤਾਂ ਲੋਕਾਂ ਨੂੰ ਕਲੀਅਰ ਹੋ ਹੀ ਜਾਣਾ ਕਿ ਤੁਸੀਂ ਅਸਤੀਫਾ ਦੇ ਦਿੱਤਾ, ਉਹਦੀਆਂ ਫਿਰ ਤੁਸੀਂ ਤਿਆਰੀਆਂ ਕਰੋਗੇ, ਉੱਥੇ ਜਾ ਕੇ ਦਿੱਲੀ ਜਾ ਕੇ ਆਪਣਾ ਪੁਆਇੰਟ ਆਫ ਵਿਊ ਰੱਖੋਗੇ, ਜਾਂ ਜਿਹੜੇ ਬੈਰੀਗੇਡ ਜਦੋਂ ਖੱਟੜ ਸਰਕਾਰ ਕਈ ਵੇਲੇ ਲਾ ਦਿੰਦੀ ਹੈ ਤਾਂ ਫਿਰ ਕਿਸਾਨਾਂ ਦੇ ਨਾਲ ਬੈਰੀਗੇਡ ਤੋੜ ਕੇ ਅੱਗੇ ਦਿੱਲੀ ਵੱਲ ਨੂੰ ਵਧੋਗੇ? ਜਿੱਥੇ ਕਿਸਾਨ ਸਾਨੂੰ ਲਗਾਉਣਗੇ ਨਾ ਜੀ, ਜੇ ਜਿੱਥੇ ਤੱਕ ਭੇਜਣਗੇ ਵੀ ਹਾਂਜੀ ਵੀ ਤੁਸੀਂ ਅੱਗੇ ਵੀ ਲੱਗ ਜਾਓ ਜੀ, ਤਾਂ ਅਸੀਂ ਉੱਥੇ ਅੱਗੇ ਵੀ ਲੱਗ ਕੇ ਇਹਨਾਂ ਦਾ ਸਾਥ ਦੇਵਾਂਗੇ। ਜੇ ਅਸਤੀਫਾ ਦੇ ਦੇਣਾ ਇਹਨਾਂ ਦੇ ਹੱਕ ਦੇ ਵਿੱਚ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਕਿਹਾ ਕਿ ਨਾਮ ਚਮਕਾਉਣ ਵਾਲੀ ਗੱਲ ਜੀ ਜੀ,
ਕਈਆਂ ਨੂੰ ਹੁੰਦਾ ਕਿ ਅਸੀਂ ਹਾਈਲਾਈਟ ਹੋਣਾ ਆ, ਪਤਾ ਨਹੀਂ ਮੀਡੀਆ ਤੇ ਆਣਾ ਆ, ਇਸ ਕਰਕੇ ਚੀਜ਼ਾਂ ਹੁੰਦੀਆਂ ਆ, ਅਸਤੀਫੇ ਦੇ ਦਿੱਤੇ ਆ, ਇਹ ਚੀਜ਼ਾਂ ਕਰਕੇ ਨਹੀਂ ਆ। ਇਹ ਸੱਚਮੁੱਚ ਹੀ ਜਿਹੜਾ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ। ਜੇ ਸਾਡੇ ਨਾਲ ਸੰਪਰਕ ਹੋਇਆ ਤੇ ਅਸੀਂ ਉੱਥੇ ਵੀ ਆ ਪਹਿਲ ਦੇ ਆਧਾਰ ਤੇ ਜਾਵਾਂਗੇ। ਤੇ ਸਾਡਾ ਮੈਸੇਜ ਜਿਹੜਾ ਆ, ਦੇਖੋ ਕਈ ਹੁੰਦੇ ਆ ਕਿ ਦੇਖੋ ਇਸ ਵੇਲੇ ਬਹੁਤੀਆਂ ਪਾਰਟੀਆਂ ਹੈਗੀ ਕਿ ਸਾਨੂੰ ਮੈਸੇਜ ਨਹੀਂ ਲੱਗਿਆ ਜੀ, ਇਹ ਵੀ ਚੀਜ਼ਾਂ ਹੋ ਜਾਂਦੀਆਂ। ਪਰ ਅਸੀਂ ਕਹਿੰਦੇ ਕਿ ਇੱਕ ਸਾਡਾ ਵੀ ਮੈਸੇਜ ਹੈਗਾ ਆ, ਸਾਡਾ ਵੀ ਪਿਆਰ ਉਹਨਾਂ ਦੇ ਨਾਲ, ਉਹਨਾਂ ਕੋਲ ਮੇਰਾ ਨੰਬਰ ਵੀ ਕੰਟੈਕਟ ਵੀ ਪਹੁੰਚਿਆ ਹੈਗਾ ਆ, ਤਾਂ ਉਹ ਵੀ ਮੇਰੇ ਨਾਲ ਜ਼ਰੂਰ ਸੰਪਰਕ ਕਰਨਗੇ, ਮੈਂ ਵੀ ਉਹਨਾਂ ਨਾਲ ਸੰਪਰਕ ਕਰਨਾਗਾ। ਜਦੋਂ ਸਾਡਾ ਰਾਬਤਾ ਕਾਇਮ ਹੋ ਗਿਆ ਉੱਥੇ ਅਸੀਂ ਉਸ ਵਿੱਚ ਜਾ ਕੇ ਉਹਨਾਂ ਦੇ ਨਾਲ ਖੜੇ ਹਾਂ। ਇੱਕ ਲਾਸਟ ਸਵਾਲ ਲਾਉਂਗਾ, ਕਿਉਂਕਿ ਜਦੋਂ ਤੁਸੀਂ ਅਸਤੀਫਾ ਦਿੱਤਾ, ਛੋਟਾ ਜਿਹਾ ਸ਼ਹਿਰ ਆ, ਇੱਕ ਜਿਹੜੀ ਆ ਪੋਸਟ ਮੈਂ ਦੇਖੀ ਸੀ, ਉਹ 'ਚ ਲਿਖਿਆ ਸੀ ਸ਼ਖਸੀਅਤ ਦਮਦਾਰ ਹੋਤੀ ਹੈ ਤਾਂ ਦੁਸ਼ਮਣ बनते हैं वरना कमजोरों से तो लोग सहानुभूति करते हैं। ਕੀ ਲੱਗਦਾ ਤੁਹਾਡੇ ਲਈ ਜਿਹੜੀ ਪੋਸਟ ਪਾਈ ਗਈ ਹੈ ਸਹਾਨੁਭੂਤੀ ਵਾਲੀ? ਨਹੀਂ ਦੇਖੋ, ਸਹਾਨੁਭੂਤੀ ਤਾਂ ਇਦਾਂ ਦੀ ਕੋਈ ਹੈ ਨਹੀਂ ਗੀ ਆ। ਜਿੱਥੇ ਕਹਿੰਦੇ ਨਾ ਪਿਆਰ ਹੋਵੇ ਉੱਥੇ ਸਭ ਕੁਝ ਆ। ਸੱਚੇ ਨਾਲ ਸਾਰੇ ਸਹਾਨੁਭੂਤੀ ਕਰਦੇ ਆ, ਠੀਕ ਹੈ ਨਾ। ਦੇਖੋ ਸੱਚ ਜਿੱਥੇ ਹੈ ਨਾ ਉੱਥੇ ਸਭ ਖੜ ਜਾਂਦੇ ਆ ਜੀ। ਇੱਕ ਤੁਹਾਨੂੰ ਮੈਂ ਦੱਸ ਦੇਣੀ ਚਾਹਨਾ ਆ, ਜੇ ਮੇਰਾ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਜ਼ਿਆਦਾ ਤਕਰਾਰ ਹੁੰਦਾ ਨਾ ਜੀ, ਤਾਂ ਮੈਂ ਅਸਤੀਫਾ ਦੇਣ ਤੋਂ ਬਾਅਦ ਜਦੋਂ ਮੈਂ ਕਿਸਾਨਾਂ ਦੇ ਵਿੱਚ ਪਹੁੰਚਿਆ ਤਾਂ ਉੱਥੇ ਮੈਨੂੰ ਕਿਸਾਨ ਇਹ ਵੀ ਗੱਲ ਕਹਿ ਸਕਦੇ ਸੀ, ਇਹ ਤਾਂ ਬੀਜੇਪੀ ਦਾ ਬੰਦਾ ਸੀਗਾ, ਬਈ ਅਸੀਂ ਇਹਨੂੰ ਕੀ ਗੱਲ ਕਰਨੀ ਆ। ਉੱਥੇ ਉਹਨਾਂ ਨੇ ਵੀ ਕਿਹਾ ਜੀ ਧੰਨਵਾਦ, ਵੈਲਕਮ ਜੀ, ਜੀ ਆਇਆਂ ਨੂੰ। ਇਹ ਪਿਆਰ ਜੇ ਸਾਡੇ ਦਿਲ 'ਚ ਹੈਗਾ ਤੇ ਪਿਆਰ ਉਹਨਾਂ ਦੇ ਦਿਲ 'ਚ ਵੀ ਸਾਡੇ ਲਈ ਉਨਾ ਹੀ ਆ, ਕਿਉਂਕਿ ਅਸੀਂ ਇੱਕ ਭਾਈਚਾਰਕ ਰਿਸ਼ਤਾ ਕਾਇਮ ਕੀਤਾ ਹੋਇਆ ਆ। ਇਹ ਤਾਂ ਕਿਸਾਨਾਂ ਦੀ ਵਡਿਆਈ ਹੈ ਨਾ ਕਿ ਸੰਜਮ ਨਾਲ ਚੱਲ ਰਹੇ ਹੋ। ਤਾਂ ਬਾਰ-ਬਾਰ ਮੋਦੀ ਸਾਹਿਬ ਨੂੰ ਵੀ ਕਹਿ ਰਹੇ ਕਿ ਅਗਰ ਉਹ ਇੱਕ ਵਾਰ ਵੀ ਕਹਿ ਦੇਣ ਕਿ ਅਸੀਂ ਇਸ ਕਾਲੇ ਕਾਨੂੰਨਾਂ ਨੂੰ ਰਿਪੀਲ ਕਰਦੇ, ਸਾਡੇ ਤੋਂ ਗਲਤੀ ਹੋ ਗਈ, ਤੁਹਾਡੇ ਤੋਂ ਪੁੱਛ ਕੇ ਜਿਹੜੇ ਦੁਆਰਤੀ ਕਾਨੂੰਨ ਬਣਾ ਲਏ ਜਾਣਗੇ ਜਿਹੜੇ ਤੁਹਾਡੇ ਬੈਨੀਫਿਟ ਲਿਆਉਣਗੇ, ਤੁਹਾਨੂੰ ਪੁੱਛ ਕੇ ਜਿਵੇਂ ਤੁਸੀਂ ਚਾਹੁੰਦੇ ਹੋ, ਪਰ ਇਹਨੂੰ ਰਿਪੀਲ ਕਰਕੇ ਉਹ ਕਹਿੰਦੇ ਅਸੀਂ ਧਰਨਾ ਇੱਕ ਮਿੰਟ 'ਚ ਛੱਡ ਕੇ ਵਾਪਸ ਆ ਜਾਵਾਂਗੇ ਔਰ ਮੋਦੀ ਸਾਹਿਬ ਦਾ ਸ਼ੁਕਰੀਆ ਵੀ ਕਰਾਂਗੇ। ਲੇਕਿਨ ਗੱਲ ਇਹ ਆ ਕਿ ਮੋਦੀ ਸਾਹਿਬ ਅੜੇ ਹੋਏ ਨੇ। ਇੱਕ ਲਾਸਟ ਕੁਐਸਚਨ ਜ਼ਰੂਰ ਕਲੀਅਰ ਕਰਿਓ, ਮੋਦੀ ਸਾਹਿਬ ਅੜੇ ਕਿਉਂ ਹੋਏ ਨੇ? ਦੇਖੋ ਜੀ ਸੂਰੀ ਜੀ, ਗੱਲ ਇਦਾਂ ਹੈਗੀ ਆ, ਮੈਂ ਜਦੋਂ ਪ੍ਰੈਸ ਕਾਨਫਰੰਸ ਹੋਈ ਨਾ ਉਹਦੇ ਵਿੱਚ ਇੱਕ ਕਿਹਾ ਸੀਗਾ ਕਿ ਇਹ ਜਿਹੜਾ ਮਸਲਾ ਹੈ ਨਾ ਪੰਜਾਬ ਦੇ ਵਿੱਚ ਹੀ ਖਤਮ ਹੋ ਜਾਂਦਾ ਤਾਂ ਚੰਗਾ ਸੀਗਾ। ਹੁਣ ਉਹਨਾਂ ਦਾ ਕੀ ਰਵੱਈਆ ਆ, ਮੇਰੀ ਹੁਣ ਕੋਈ ਗੱਲ ਤਾਂ ਹੁੰਦੀ ਨਹੀਂ ਆ। ਅਸੀਂ ਹੈਗੇ ਆ ਛੋਟੇ ਲੈਵਲ ਤੇ, ਲੋਕਲ ਲੈਵਲ ਤੇ, ਠੀਕ ਹੈ, ਤੇ ਨਾ ਹੁਣ ਤੁਹਾਡੇ ਹੱਥ 'ਚ ਆ ਨਾ ਸਾਡੇ ਹੱਥ 'ਚ ਆ। ਜੇ ਮੇਰੇ ਹੱਥ 'ਚ ਕੋਈ ਕਲਮ ਹੋਵੇ ਨਾ ਕਿ ਸਾਡੀ ਕਲਮ ਦੇ ਲਿਖਣ ਦੇ ਨਾਲ ਕੋਈ ਚੀਜ਼ ਹੱਲ ਹੁੰਦੀ ਹੋਵੇ ਤਾਂ ਸਾਡੇ ਕੋਲ, ਜਾਂ ਸਾਡੀ ਕੁਰਬਾਨੀ ਦੇਣ ਦੇ ਨਾਲ ਮਸਲਾ ਹੱਲ ਹੁੰਦਾ ਹੋਵੇ, ਤਾਂ ਮੈਂ ਕਹਿੰਦਾ ਸਾਡੀ ਸ਼ਹਾਦਤ ਜਿਹੜੀ ਆ ਕਿਸਾਨਾਂ ਵਾਸਤੇ ਜਿਹੜੀ ਆ ਅਸੀਂ ਉਹ ਦੇਣ ਨੂੰ ਤਿਆਰ ਆ। ਠੀਕ ਆ, ਜਿਹੜਾ ਹੁਣ ਅੜਬਰ ਰਵੱਈਆ ਕਹਿ ਸਕਦੇ ਆ ਉਹ, ਠੀਕ ਆ, ਉਹ ਜਾਣਦੇ ਆ, ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਅੱਗੇ ਜਿਹੜੇ ਬੈਠ ਕੇ ਗੱਲਬਾਤ ਕਰਦੇ ਆ। ਕੀ ਲੱਗਦਾ ਨਵਾਂ ਸ਼ਹਿਰ ਤੋਂ ਹੋਰ ਵੀ ਅਸਤੀਫੇ ਦੇਣਗੇ, ਹੋਰ ਵੀ ਜਿਹੜੇ ਕਾਰਜਕਰਤਾ ਨੇ? ਦੇਖੋ ਪਹਿਲਾਂ ਦੇ ਚੁੱਕੇ ਨੇ, ਇੱਕ ਸਾਡੇ ਹਿੰਮਤ ਤੇਜਪਾਲ ਜੀ ਬੰਗਿਆਂ ਤੋਂ ਦੇ ਚੁੱਕੇ ਨੇ, ਤੇ ਬਾਕੀ ਹੋਰ ਵੀ ਜਗ੍ਹਾ ਤੇ ਸੁਣਨ ਵਿੱਚ ਆਇਆ ਆ ਕੋਈ ਅਸਤੀਫੇ ਦਿੱਤੇ ਨੇ। ਤਾਂ ਨਵੇਂ ਸ਼ਹਿਰ 'ਚ ਹੋਰ ਦੇਣਗੇ? ਨਵੇਂ ਸ਼ਹਿਰ ਦੇਖੋ, ਇਹ ਮੇਰੇ ਹਿਸਾਬ ਨਾਲ ਕਾਫੀ ਉੱਦਾਂ ਦੇ ਬੰਦੇ ਹੈਗੇ ਆ ਜਿਹੜੇ ਅੰਦਰੋਂ ਛੱਡ ਚੁੱਕੇ ਆ, ਚੱਲਦੇ ਨਾਲ। ਪਾਟੋ ਬੇਦਾ ਮਤਲਬ ਕਿਸਾਨਾਂ 'ਚ ਪਾਟੋ ਧਾੜ ਨਹੀਂ, ਬੀਜੇਪੀ ਦੇ ਅੰਦਰ ਪਾਟੋ ਧਾੜ ਸ਼ੁਰੂ ਹੋ ਚੁੱਕੀ ਹੈ। ਨਹੀਂ ਦੇਖੋ, ਇੱਕ ਨਾ ਮੈਂ ਤੁਹਾਨੂੰ ਗੱਲ ਦੱਸਾਂ ਕਿ ਕਹਿੰਦੇ ਮੈਂਟਲੀ ਤੇ ਫਿਜ਼ੀਕਲੀ ਜੀ ਬੰਦਾ ਉੱਥੇ ਹੋਣਾ ਚਾਹੀਦਾ ਜੀ। ਹੁਣ ਜੇ ਬੰਦਾ ਫਿਜ਼ੀਕਲੀ ਕਿਤੇ ਆ, ਮੈਂਟਲੀ ਕਿਤੇ ਆ, ਤਾਂ ਤੁਸੀਂ ਸਮਝ ਸਕਦੇ ਆ ਕਿ ਉਹਦਾ ਜਿਹੜੇ ਵਿਚਾਰ ਹੋਣਗੇ ਜਾਂ ਉਹ ਸਾਥ ਹੋਏਗਾ, ਉਹ ਸਾਥ ਨਹੀਂ ਹੋਏਗਾ। ਇਸ ਕਰਕੇ ਜੇ ਅੱਜ ਆਪਾਂ ਖੜੇ ਆ, ਜੇ ਮੈਂਟਲੀ ਫਿਜ਼ੀਕਲੀ ਇੱਥੇ ਆ, ਤਾਂ ਅਸੀਂ ਚੰਗੇ ਇਨਸਾਨੀਅਤ ਦੇ ਨਾਲ ਰੱਖਦੇ ਆ। ਕੋਈ ਡਰ ਤਾਂ ਨਹੀਂ ਕਿ ਤੁਹਾਨੂੰ ਕੋਈ ਨੋਟਿਸ ਆ ਜਾਏਗਾ ਕੱਲ ਨੂੰ? ਨਹੀਂ, ਸਾਨੂੰ ਇਸ ਦਾ ਕੋਈ ਡਰ ਨਹੀਂ ਆ। ਠੀਕ ਹੈ, ਠੀਕ ਹੈ ਨਾ। ਨੋਟਿਸ, ਅਸੀਂ ਕਿਹੜਾ ਕੋਈ ਕਤਲ ਕੀਤਾ ਆ, ਅਸੀਂ ਕਿਹੜਾ ਇਦਾਂ ਦਾ ਗੁਨਾਹ ਕੀਤਾ ਆ ਜਿਹੜਾ ਸਾਨੂੰ ਨੋਟਿਸ ਕਰਨਗੇ ਜੀ। ਠੀਕ ਆ, ਜਾਂ ਕੋਈ ਅਸੀਂ ਇਦਾਂ ਦੀ ਕੋਈ ਫੰਡਿੰਗ ਲਈ ਆ, ਜਾਂ ਸਾਨੂੰ ਕਿਸੇ ਦਾ ਕੋਈ ਦਬਾਅ ਆ, ਨਹੀਂ, ਇਹ ਨੋਟਿਸ ਆਉਣ ਵਾਲੀ ਗੱਲ ਜਾਂ ਕੁਝ ਵੀ ਆ, ਇਦਾਂ ਦਾ ਕੋਈ ਨਹੀਂ ਆ। ਹਾਂ, ਅਸੀਂ ਜਿੱਥੇ ਖੜੇ ਆ ਤੇ ਖੜੇ ਆ, ਜਿੱਥੇ ਲੋਕਾਂ ਦੇ ਨਾਲ ਚੱਲੇ ਆ, ਜਿੱਥੇ ਲੋਕਾਂ ਦਾ ਪਿਆਰ ਆ, ਅਸੀਂ ਉੱਥੇ ਹਾਜ਼ਰ ਆ। ਚਲੋ ਬਹੁਤ ਸ਼ੁਕਰੀਆ, ਅਸੀਂ ਫਿਰ ਮਿਲਦੇ ਰਹਾਂਗੇ। ਦੋਸਤੋ, ਇਹਨਾਂ ਨੇ ਬੜੀਆਂ ਗੱਲਾਂ ਕਲੀਅਰ ਕਰ ਦਿੱਤੀਆਂ। ਇੱਕ ਗੱਲ ਤਾਂ ਇਹਨਾਂ ਨੇ ਇਹ ਵੀ ਕਲੀਅਰ ਕੀਤੀ ਕਿ ਇਹ ਜਿਹੜਾ ਫੈਸਲਾ ਪੰਜਾਬ 'ਚ ਹੀ ਹੋ ਜਾਣਾ ਚਾਹੀਦਾ ਸੀ, ਦਿੱਲੀ ਵੱਲ ਕਿਸਾਨਾਂ ਨੂੰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਚਾਹੀਦੀ ਸੀ ਅਗਰ ਮੋਦੀ ਸਾਹਿਬ ਪਹਿਲੇ ਹੀ ਗੱਲ ਸੁਣ ਲੈਂਦੇ। ਦੂਜੀ ਗੱਲ ਇਹਨਾਂ ਨੇ ਇਹ ਵੀ ਕਹੀ ਹੈ ਕਿ ਅਸੀਂ ਪਹਿਲਾਂ ਵੀ ਬੜੀ ਵਾਰ ਆਵਾਜ਼ ਜਿਹੜੀ ਉਹ ਰੇਜ਼ ਕੀਤੀ ਆ, ਪਾਰਟੀ ਨਾਲ ਗੱਲਬਾਤ ਕੀਤੀ ਕਿ ਕਾਨੂੰਨ ਸਹੀ ਨਹੀਂ ਲੱਗ ਰਹੇ, ਕਿਸਾਨ ਜਿਹੜੇ ਦੁਖੀ ਨੇ ਔਰ ਜਿਹੜੀਆਂ ਸ਼ਹਾਦਤਾਂ ਰੋਜ਼ ਹੋ ਰਹੀਆਂ ਨੇ। ਮੇਨ ਗੱਲ ਬਾਰ-ਬਾਰ ਇਹੀ ਆ ਕਿ ਸਾਡੇ ਕਿਸਾਨ ਵੀਰ ਜਿਹੜੇ ਡੇਲੀ ਇੱਕ ਦੋ ਜਿਹੜੀਆਂ ਸ਼ਹੀਦੀਆਂ ਹੋ ਰਹੀਆਂ ਨੇ, ਸ਼ਹਾਦਤ ਦਾ ਜਾਮ ਪੀ ਰਹੇ ਨੇ, ਔਰ ਉਹਨਾਂ ਦੇ ਘਰਾਂ ਦਾ ਜਿਹੜਾ ਹਾਲ ਹੈ ਉਹ ਸੋਚ ਕੇ ਮਨ ਜਿਹੜਾ ਜ਼ਰੂਰ ਉਹ ਜਿਹੜਾ ਆ ਹੰਝੂ ਰੋਂਦਾ ਹੈ, ਖੂਨ ਦੇ ਹੰਝੂ ਰੋਂਦਾ ਹੈ। ਸੋ ਬੇਨਤੀਆਂ ਇਸੇ ਕਰਕੇ ਬਾਰ-ਬਾਰ ਕਰ ਰਹੇ ਹਾਂ, ਕਾਲੇ ਕਾਨੂੰਨ ਜਿਹੜੇ ਵਾਪਸ ਹੋਣੇ ਚਾਹੀਦੇ ਆ। ਸਾਡੇ ਵੀਰ ਭੈਣ ਭਰਾ ਜਿਹੜੇ ਦਿੱਲੀ ਵਿੱਚ ਨੇ ਉਹ ਤੰਦਰੁਸਤ ਰਹਿਣ ਔਰ ਸੁੱਖ ਸਵੀਲੇ ਆਪਣੇ ਘਰਾਂ ਨੂੰ ਮੁੜਨੇ ਚਾਹੀਦੇ ਆ। ਔਰ
ਫਿਰ ਇੱਕ ਚੀਜ਼ ਕਲੀਅਰ ਕਰ ਦੇਵਾਂ ਕਿ ਜੀਵਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਕਿਸਾਨਾਂ ਦੇ ਨਾਲ ਨੇ, ਪਰ ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿਸਾਨਾਂ ਦੇ ਨਾਲ ਹੀ ਰਹਿੰਦੇ ਨੇ ਕਿ ਪਾਰਟੀ ਮਨਾ ਕੇ ਇਹਨਾਂ ਨੂੰ ਵਾਪਸ ਲੈ ਕੇ ਜਾਂਦੀ ਹੈ। ਪਰ ਉਮੀਦ ਇੰਨੀ ਹੈ ਕਿਉਂਕਿ ਆਫ ਕੈਮਰਾ ਵਿਅਕਤੀਗਤ ਤੌਰ ਤੇ ਜਿਵੇਂ ਉਹਨਾਂ ਨਾਲ ਗੱਲ ਹੋਈ ਆ ਤਾਂ ਉਹਨਾਂ ਨੇ ਇਹੀ ਕਿਹਾ ਹੈ ਕਿ ਅਸੀਂ ਬੜੀ ਵਾਰ ਆਵਾਜ਼ ਚੱਕੀ ਸੀ ਪਰ ਹੱਲ ਕੋਈ ਨਹੀਂ ਨਜ਼ਰ ਆਇਆ, ਇਸ ਕਰਕੇ ਜਿਹੜਾ ਅਸਤੀਫਾ ਦੇ ਦਿੱਤਾ। ਸੋ ਇਸ ਪੇਸ਼ਕਸ਼ 'ਚ ਨਹੀਂ, ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਨੂੰ ਬਾਰਾਦਰੀ ਗਾਰਡਨ ਤੋਂ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਹਾਜ਼ਰ ਹੋਣੇ। ਸਤਿ ਸ਼੍ਰੀ ਅਕਾਲ।